ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮੇ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 29 ਅਗਸਤ ਦਾ ਪ੍ਰੋਗਰਾਮ ਹੈ, ਮਾਫ ਕਰਨਾ, ਤੇ ਦਿਨ ਅੱਜ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਤੇ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਟੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ, ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਗੈਸ ਸਿਲੰਡਰ ਤੋਂ। ਕਹਿੰਦੇ ਕੇਂਦਰ ਨੇ 500 ਵਾਲਾ ਗੈਸ ਸਿਲੰਡਰ 1000 ਦਾ ਕਰਕੇ ਤੇ ਹੁਣ 200 ਘਟਾਤਾ ਜੀ। ਬਿਲਕੁਲ ਜੀ, ਕੱਲ ਵੱਡਾ ਐਲਾਨ ਸੀ ਸਰਕਾਰ ਵੱਲੋਂ ਤੇ ਅੱਜ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਵੱਡਾ ਤੋਹਫਾ ਕਹਿੰਦੇ ਜੀ ਭਾਰਤ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਦਿੱਤਾ ਜੀ ਕਿ ਮੋਦੀ ਜੀ ਨੇ ਰੱਖੜੀ ਦੇ ਤਿਉਹਾਰ ਦੇ ਉੱਤੇ ਆਪਣੀਆਂ ਭੈਣਾਂ ਨੂੰ ਤੋਹਫਾ ਦਿੱਤਾ। ਕਹਿੰਦੇ ਕਿ 200 ਰੁਪਏ ਸਿਲੰਡਰ ਸਸਤਾ ਕਰਤਾ ਜੀ। ਉਹ ਇੱਕ ਕਹਾਣੀ ਖੂਬ ਚੱਲਦੀ ਆ, ਉਹ ਤੁਸੀਂ ਆਪਾਂ ਸਾਰਿਆਂ ਨੇ ਸੁਣੀ ਪੜ੍ਹੀ ਹੋਣੀ ਕਿ ਉਹ ਭੇਡਾਂ ਦੀ ਉੱਨ ਲਾ ਲਈ ਤੇ ਫਿਰ ਬਾਅਦ ਚ ਉਹਨਾਂ ਨੂੰ ਇਹ ਸਵੈਟਰ ਉਹਨਾਂ ਦੀ ਉੱਨ ਦੇ ਵੇਚਦੇ ਹਨ। ਸੋ ਇਸ ਲਈ ਇਹ ਉਸੇ ਤਰ੍ਹਾਂ ਦੀ ਕਹਾਣੀ ਮੈਨੂੰ ਇੱਥੇ ਇਸ ਲਈ ਜਾਪਦੀ ਆ ਕਿ ਕਿਸੇ ਸਮੇਂ ਮਨਮੋਹਨ ਸਿੰਘ ਦੀ ਸਰਕਾਰ ਦਾ ਆਖਰੀ ਦੌਰ ਸੀ, ਜਦੋਂ ਉਹਨਾਂ ਦਾ ਕਾਰਜਕਾਲ ਮੁੱਕਣ ਵਾਲਾ ਸੀ ਤੇ ਨਵੀਆਂ ਚੋਣਾਂ ਸਿਰ ਤੇ ਸੀ, ਤਦ ਉਹ ਸਿਲੰਡਰ ਕਿਤੇ ਮਤਲਬ ਕਿ 600-700 ਨੂੰ ਇੱਕ ਵਾਰ ਢੁਕਣ ਲੱਗ ਗਿਆ ਸੀ, ਮਹਿੰਗਾ ਹੋ ਗਿਆ ਸੀ ਤੇ ਫਿਰ ਉਹ ਬੜਾ ਹਗਾਮਾ ਵੀ ਬਣਿਆ ਉਹਦਾ, ਕਿਉਂਕਿ 2011 ਚ ਸਿਲੰਡਰ 400 ਦਾ ਸੀ। ਠੀਕ ਹੈ ਜੀ। ਤੇ 13-14 ਤੱਕ ਆਉਂਦੇ ਇੱਕ ਵਾਰ 600-700 ਦੇ ਗੇਟ 'ਚ ਚਲਾ ਗਿਆ ਸੀ। ਤੇ ਬੇਸ਼ੱਕ ਉਸ ਤੋਂ ਬਾਅਦ ਰੇਟ ਘਟਣੇ ਸ਼ੁਰੂ ਹੋਏ, ਪਰ ਉਸ ਸਮੇਂ ਸਮ੍ਰਿਤੀ ਇਰਾਨੀ ਐਂਡ ਪਾਰਟੀ ਭਾਜਪਾ ਤੇ ਹੋਰ ਲੋਕਾਂ ਨੇ ਇਹ ਸਵਾਲ ਨਾਲ ਖੂਬ ਹਗਾਮਾ ਕੀਤਾ ਕਿ ਦੇਖੋ ਜੀ ਮਹਿੰਗਾ ਹੋ ਗਿਆ। ਬਿਲਕੁਲ ਉਹ ਮਹਿੰਗਾ ਸੀ, ਲੋਕਾਂ ਲਈ ਉਸ ਸਮੇਂ ਤਾਂ ਹਾਹਾਕਾਰ ਸੀ ਉਹ, ਤੇ ਉਹ ਵੀ ਉਸੇ ਤਰ੍ਹਾਂ ਦਾ ਜ਼ੁਲਮ ਸੀ ਜਿਹੋ ਜਿਹਾ ਹੁਣ ਵਾਲੀ ਸਰਕਾਰ ਜ਼ੁਲਮ ਕਰ ਰਹੀ ਹੈ ਜੀ। ਫਿਰ ਉਹ ਸਭ ਦੇ ਦਰਮਿਆਨ ਇੱਕ ਪਹਿਲੂ ਆਇਆ ਸਬਸਿਡੀ ਦਾ। ਠੀਕ ਹੈ। ਮਨਮੋਹਨ ਸਰਕਾਰ ਲਿਆਈ ਫਾਰਮੂਲਾ ਕਿ ਜੀ ਅਸੀਂ ਹੁਣ ਸਿਲੰਡਰ ਤੁਹਾਨੂੰ ਦਵਾਂਗੇ ਬਿਨਾਂ ਸਬਸਿਡੀ ਤੋਂ ਜੀ, ਕਿ ਪਹਿਲਾਂ ਸਾਨੂੰ ਸਿਲੰਡਰ ਮੰਨ ਲਓ ਪੈਂਦਾ 900 ਦਾ, ਅਸੀਂ ਤੁਹਾਨੂੰ ਦੇ ਰਹੇ ਹਾਂ 400 ਦਾ, 500 ਰੁਪਇਆ ਅਸੀਂ ਭਰਦੇ ਹਾਂ। ਠੀਕ ਹੈ। ਹੁਣ 500 ਵੀ ਤੁਸੀਂ ਭਰੋਗੇ ਪਰ ਅਸੀਂ ਉਹ 500 ਮੋੜ ਕੇ ਤੁਹਾਡੇ ਖਾਤੇ 'ਚ ਪਾ ਦਿਆ ਕਰਾਂਗੇ। ਤੇ ਇਸ ਗੱਲ ਤੇ ਵੀ ਭਾਜਪਾ ਨੇ ਖੂਬ ਹਗਾਮਾ ਕੀਤਾ ਕਿ ਧੋਖਾ ਹੈ ਜੀ, ਐਂ ਕਿਵੇਂ ਹੋ ਜਾਊਗਾ ਜੀ, ਇਹ ਨਹੀਂ ਹੋਣਾ ਚਾਹੀਦਾ ਜੀ। ਉਹ ਵਾਪਸ ਕਰਾਇਆ ਔਰ ਮਨਮੋਹਨ ਸਰਕਾਰ ਨੇ ਉਹ ਫੈਸਲਾ ਵਾਪਸ ਲੈ ਲਿਆ ਤੇ ਉਸ ਤੋਂ ਬਾਅਦ ਸਰਕਾਰ ਬਣ ਗਈ ਨਰਿੰਦਰ ਮੋਦੀ ਦੀ। ਸੰਨ ਆ ਗਿਆ ਜੀ 2014-15 ਵਾਲਾ ਦੌਰ, ਹੈ ਨਾ, ਤੇ ਉਹਦੇ ਵਿੱਚ ਆ ਕੇ ਆਪ ਸਬਸਿਡੀ ਵੀ ਲਾਗੂ ਕਰਤੀ। ਉਹੀ ਫਾਰਮੂਲਾ ਕਿ ਲੋਕਾਂ ਦੇ ਖਾਤਿਆਂ 'ਚ ਪੈਸੇ ਆਉਣਗੇ ਜੀ, ਪੂਰੇ ਦੇਣੇ ਪੈਣਗੇ। ਤੇ ਉਹਦੇ ਨਾਲ ਹੀ ਸਿਲੰਡਰ 585 ਵਾਲਾ ਸੀ 2015 ਚ ਜੀ, ਜਿਹੜਾ ਅੱਜ 2023 ਚ 1103 ਰੁਪਏ ਦਾ ਮਿਲਦਾ। ਮਤਲਬ ਕੱਲ ਰਾਤ ਦੀ ਤਰੀਕ ਤੱਕ ਭਾਰਤ ਦੇ ਵਿੱਚ 1103 ਰੁਪਏ ਦਾ ਸੀ, 585 ਵਾਲਾ ਜਿਹੜਾ 2015 ਚ ਸੀ। ਤੁਸੀਂ ਰੇਟ ਵੀ ਦੁੱਗਣਾ ਕੀਤਾ ਤੇ ਉਸ ਸਮੇਂ 2014-15 ਸਬਸਿਡੀ ਖਾਤਿਆਂ 'ਚ 400-400 ਵੀ ਆਉਂਦੀ ਸੀ, 450-400 ਵੀ ਆਉਂਦੀ ਸੀ, 300-300 ਵੀ ਆਉਂਦੀ ਰਹੀ, 200-250 ਆਉਣ ਲੱਗ ਗਈ। ਕਰਦੇ ਕਰਾਉਂਦੇ ਆ 8 ਰੁਪਏ 10 ਰੁਪਏ 3 ਰੁਪਏ ਤੇ ਸਬਸਿਡੀ ਆਉਣ ਲੱਗ ਪਈ। ਬਿਲਕੁਲ ਸਹੀ ਹੈ। ਤੇ ਇਹ ਮਜ਼ਾਕ ਨਹੀਂ ਤਾਂ ਹੋਰ ਕੀ ਹੈ, ਲੋਕਾਂ ਨੂੰ ਮੂਰਖ ਬਣਾਉਣਾ ਨਹੀਂ ਤਾਂ ਹੋਰ ਕੀ ਹੈ। ਸੋ ਇਸ ਲਈ ਜਿਹੜਾ ਸਿਲੰਡਰ 2015 ਚ 585 ਦਾ ਸੀ, ਉਹ 2016 ਚ 537 ਦਾ ਵੀ ਹੋਇਆ। ਠੀਕ ਹੈ, ਘਟਿਆ। ਪਰ ਉਹੀ ਸਿਲੰਡਰ 2017 ਤੱਕ ਜਾਂਦਿਆਂ 600 ਦਾ ਹੋ ਗਿਆ ਤੇ ਉਹੀ ਸਿਲੰਡਰ 2018 ਚ 942 ਤੱਕ ਗਿਆ ਜੀ। ਤੇ ਫਿਰ ਘਟਨਾ ਫਿਰ ਸ਼ੁਰੂ ਹੋਇਆ ਇੱਕ ਵਾਰ 2019 ਚ 681 ਦਾ ਸੀ ਇਹ ਸਿਲੰਡਰ, ਘਟਿਆ
2020 ਚ 694 ਦਾ ਹੋ ਗਿਆ, 700 ਨੂੰ ਪਹੁੰਚ ਗਿਆ ਫਿਰ ਜੀ। ਤੇ ਇਸੇ ਸਾਲ ਚ 2020 ਚ ਵੀ ਇਹ 593 ਤੱਕ ਦਾ ਸੀ। ਮਤਲਬ ਤੁਸੀਂ 600 ਵੀ ਲਾਓ, ਪਰ 694 ਦਾ ਵੀ ਚਲਾ ਗਿਆ 2020 ਚ। ਠੀਕ ਹੈ। ਮਤਲਬ ਜਿਹੜਾ ਜੂਨ ਚ 593 ਦਾ ਸੀ, ਉਹ 694 ਤੱਕ ਚਲਾ ਗਿਆ। ਮਤਲਬ ਇਸੇ ਮਹੀਨੇ ਚ ਵੀ 100 ਰੁਪਇਆ ਸਿੱਧਾ ਵਧਿਆ, 600 ਤੋਂ 700 ਇਸੇ ਸਾਲ ਚ। ਫਿਰ 2021 ਚ 899 ਦਾ ਹੋ ਗਿਆ, ਮਤਲਬ 900 ਰੁਪਏ ਦਾ ਹੋ ਗਿਆ। 2022 ਚ 1003 ਦਾ ਹੋ ਗਿਆ, ਤੇ 2023 ਚ ਅਸੀਂ 1103 ਦਾ ਲੈ ਰਹੇ ਹਾਂ। 500 ਵਾਲਾ ਸਿਲੰਡਰ 1103 ਤੱਕ ਨੂੰ ਮਿਲਣ ਲੱਗਿਆ, ਤੇ ਸਬਸਿਡੀ ਖਾਤੇ ਚ ਨਿਲ ਹੋ ਗਈ। ਠੀਕ ਹੈ। 2020 ਤੋਂ ਬਾਅਦ ਸਬਸਿਡੀ ਦੇ ਰੂਪ ਚ ਮਜ਼ਾਕ ਆਉਂਦਾ ਸੀ, ਜਿਹਦੇ ਨਾਲ 4 ਟੌਫੀਆਂ ਵੀ ਨਹੀਂ ਆਉਂਦੀਆਂ ਸੀ। ਤੇ ਕਹਿੰਦੇ ਜੀ ਮੋਦੀ ਜੀ ਨੇ ਅਪੀਲ ਕੀਤੀ ਹੈ, ਇਸ ਲਈ ਇੰਨੇ ਲੋਕਾਂ ਨੇ ਸਬਸਿਡੀ ਛੱਡਤੀ, ਤੇ ਜਿਨ੍ਹਾਂ ਨੇ ਨਹੀਂ ਛੱਡੀ ਉਹਨਾਂ ਨੂੰ ਅਸੀਂ ਉਹੀ ਨਹੀਂ ਦਿੰਦੇ ਜੀ। ਚਲੋ ਚੱਲੀ ਗਿਆ। ਪਰ ਹੁਣ ਨਰਿੰਦਰ ਮੋਦੀ ਹੋਰੀ ਕਹਿੰਦੇ ਕਿ ਜੀ ਅਸੀਂ ਵੱਡੀ ਰਾਹਤ ਦਿੱਤੀ ਆ, ਕਿ ਅਸੀਂ 1103 ਵਾਲਾ ਸਿਲੰਡਰ ਹੁਣ 200 ਰੁਪਇਆ ਘਟਾ ਕੇ ਸਿੱਧਾ 903 ਦਾ ਕਰਤਾ ਜੀ। ਤੇ ਜਿਹੜੇ ਪਰਿਵਾਰ BPL ਵਾਲੇ ਪਰਿਵਾਰ ਨੇ, ਇੱਕ ਇਹਨਾਂ ਨੇ ਯੋਜਨਾ ਸ਼ੁਰੂ ਕੀਤੀ ਹੋਈ ਆ, ਉਸ ਯੋਜਨਾ ਦੇ ਤਹਿਤ ਵਾਲੇ ਜਿਹੜੇ ਪਰਿਵਾਰ ਨੇ, ਉਹਨਾਂ ਪਰਿਵਾਰਾਂ ਨੂੰ ਹੋਰ 200 ਸਸਤਾ ਮਿਲੂਗਾ। ਉਹਨਾਂ ਨੂੰ ਲਗਭਗ 700 ਰੁਪਏ ਦਾ ਸਿਲੰਡਰ ਮਿਲੂਗਾ। ਜੀ ਜੀ। ਸੋ ਉਹਦੇ ਲਈ ਹੈ ਕਿ BPL ਪਰਿਵਾਰ ਹੋਵੇ, ਪਰਿਵਾਰ ਦੀ ਮੁਖੀ BP ਹੋਵੇ, ਉਹਦੇ ਨਾਂ ਦੇ ਉੱਤੇ ਹੀ ਰਾਸ਼ਨ ਕਾਰਡ ਹੋਵੇ, ਉਹਦੇ ਨਾਂ ਤੇ ਹੀ ਗੈਸ ਕਨੈਕਸ਼ਨ ਹੋਵੇ, ਫਿਰ ਉਹਨੂੰ ਸਸਤਾ ਮਿਲਦਾ ਹੋਰ 200। ਜੀ ਜੀ। ਸੋ ਉਹਦੇ ਲਈ ਵੀ ਕਹਿੰਦੇ ਸੀ ਉਹਨਾਂ ਪਰਿਵਾਰਾਂ ਨੂੰ ਉਜਵਲ ਯੋਜਨਾ ਨਰਿੰਦਰ ਮੋਦੀ ਉਹਨਾਂ ਨੇ ਸ਼ੁਰੂ ਕੀਤੀ, ਕਹਿੰਦੇ ਉਹਦੇ ਤਹਿਤ। ਪਰ ਜੇ ਅੱਜ ਸਿਲੰਡਰ 200 ਰੁਪਏ ਸਸਤਾ ਹੋਇਆ, ਕੀ ਇਹ 6 ਮਹੀਨੇ ਪਹਿਲਾਂ ਵੀ ਹੋ ਸਕਦਾ ਸੀ? ਹਾਂ ਬਿਲਕੁਲ। ਕੀ ਇਹ ਕਰੋਨਾ ਕਾਲ ਚ ਵੀ ਹੋ ਸਕਦਾ ਸੀ? ਜੀ। ਉਸ ਸਮੇਂ ਜਦੋਂ ਲੋਕਾਂ ਨੂੰ ਬਹੁਤ ਆਰਥਿਕ ਤੌਰ ਤੇ ਮਾਰ ਪਈ, ਉਸ ਸਮੇਂ ਸਸਤਾ ਨਹੀਂ ਹੋਇਆ। ਅੱਜ ਸਸਤਾ ਕਿਉਂ? 2 ਪਹਿਲੂ ਹੈ ਪ੍ਰਵੀਨ ਜੀ। ਪਹਿਲਾ ਪਹਿਲੂ ਜੀ, ਇੱਕ ਸੂਬਾ ਹੈ ਜੀ ਰਾਜਸਥਾਨ। ਠੀਕ ਹੈ ਜੀ। ਉੱਥੇ ਕਾਂਗਰਸ ਕਹਿੰਦੀ ਸਾਡਾ ਰਾਜ ਆ ਤੇ ਅਗਲੀ ਵਾਰ ਵੀ ਲੈਣਾ। ਮੋਦੀ ਜਿਹੜੇ ਅੱਜ 200 ਰੁਪਇਆ ਘਟਾ ਰਹੇ ਨੇ, ਕਾਂਗਰਸ ਉੱਥੇ ਇਹੀ ਸਿਆਸੀ ਖੇਡ ਪਹਿਲਾਂ ਖੇਡ ਰਹੀ ਆ। ਉਹਨਾਂ ਨੇ ਤੋਂ ਇੱਕ ਕਦਮ ਅੱਗੇ ਜਾਂਦਿਆਂ ਜਿਹੜੇ ਮਤਲਬ ਕਿ BPL ਵਾਲੇ ਪਰਿਵਾਰ ਨੇ, ਉਹਨਾਂ ਨੂੰ 500 ਦਾ ਦਿੱਤਾ ਸਿਲੰਡਰ। ਚਲੋ, ਜਿਹੜਾ ਸਿਲੰਡਰ ਅੱਜ ਮੋਦੀ ਹੋਰਾਂ ਦੇ 200 ਰੁਪਇਆ ਘਟਾਉਣ ਨਾਲ BPL ਵਾਲੇ ਪਰਿਵਾਰ, ਉਹ ਵੀ ਜਿਨ੍ਹਾਂ ਚ ਬੀਬੀ ਮੁਖੀ ਆ, ਉਹਨਾਂ ਨੂੰ 700 ਦਾ ਮਿਲਣਾ। ਉਹ ਕਹਿੰਦੇ ਕੋਈ ਵੀ BPL ਪਰਿਵਾਰ ਆ, ਅਸੀਂ 500 ਦਾ ਹੀ ਦੇਣਾ ਉਹਨਾਂ ਨੂੰ। ਰਾਜਸਥਾਨ ਚ ਦੇਤਾ ਜੀ। ਅੱਛਾ। ਇੱਕ ਤਾਂ ਇਹਦੀ ਕਾਟ ਦੀ ਲੋੜ ਸੀ BJP ਨੂੰ, ਲੱਗਦਾ ਸੀ ਕਿ ਇਹਨਾਂ ਨੇ ਤਾਂ ਇਕੱਲੇ BPL ਤੱਕ ਕੀਤਾ ਸੀ, ਬਾਕੀ ਲੋਕਾਂ ਦੇ ਵੀ 200 ਘਟਾ ਦੀ ਤਾਂ ਸ਼ਾਇਦ ਲੋਕ ਸਾਨੂੰ ਵੋਟ ਪਾਉਣਗੇ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਚ ਕਾਂਗਰਸ ਨੇ ਵਾਅਦਾ ਕਰ ਲਿਆ ਕਿ ਅਸੀਂ 500 ਦਾ ਦਵਾਂਗੇ ਸਿਲੰਡਰ। ਠੀਕ ਹੈ ਜੀ। ਤੇ ਇਹ ਦੋ ਚੀਜ਼ਾਂ ਨੂੰ ਜੋੜ ਕੇ BJP ਨੂੰ ਲੱਗਿਆ ਕਿ ਜੇ ਅਸੀਂ ਪਿੱਛੇ ਰਹਿ ਗਏ, ਸਾਡਾ ਪ੍ਰਚਾਰ ਨਾ ਗਿਆ, ਫਿਰ ਤਾਂ ਮਰ ਗਏ। ਸੋ ਇਹ ਇੱਕ ਤਾਂ ਰਾਜਨੀਤਿਕ ਦਾਅ ਵਜੋਂ ਸਮਝਣ ਦੀ ਲੋੜ ਹੈ ਇਹਨੂੰ, ਇਹ ਪਹਿਲੂ ਹੈ। ਦੂਜਾ, ਕਿਉਂਕਿ ਰਾਜਸਥਾਨ ਔਰ ਮੱਧ ਪ੍ਰਦੇਸ਼ ਦੇ ਵਿੱਚ ਨਵੰਬਰ ਦਸੰਬਰ ਚ ਚੋਣਾਂ ਹੋ ਜਾਣੀਆਂ। ਠੀਕ ਹੈ। ਪਰ ਕੱਲਾ ਮੱਧ ਪ੍ਰਦੇਸ਼ ਤੇ ਰਾਜਸਥਾਨ ਕਿਉਂ? 5 ਸੂਬਿਆਂ ਦੀਆਂ ਚੋਣਾਂ ਨੇ ਜੀ। ਤੇ ਇਹ 5 ਸੂਬਿਆਂ ਦੀਆਂ ਚੋਣਾਂ ਪਲੱਸ 2024 ਇਹ ਉਹਨੇ ਘਟਵਾਇਆ ਸਿਲੰਡਰ ਦਾ ਰੇਟ ਜੀ। ਆਪਾਂ ਇਸੇ ਪ੍ਰੋਗਰਾਮ ਚ ਲੰਮੇ ਸਮੇਂ ਤੋਂ ਇਹਦੀ ਗੱਲ ਕਰਦੇ ਰਹੇ ਆ ਕਿ ਭਾਰਤ ਚ ਅੱਜ ਪੈਟਰੋਲ ਡੀਜ਼ਲ ਦੀ ਕੀਮਤ, ਜੋ ਮੌਜੂਦਾ ਕੀਮਤ ਹੈ, ਉਹ ਤੋਂ 10 ਤੋਂ 12 ਰੁਪਏ ਪ੍ਰਤੀ ਲੀਟਰ ਸਸਤੀ ਹੋਣੀ ਚਾਹੀਦੀ ਹੈ। ਜਿੰਨਾ ਤੇਲ, ਕੱਚਾ ਤੇਲ ਪ੍ਰਤੀ ਬੈਰਲ ਸਸਤਾ ਸਰਕਾਰ ਨੇ ਖਰੀਦਿਆ, ਜਾਂ ਜਿੰਨੀ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਚ ਡਿੱਗੀਆਂ, ਉਹ ਕੀਮਤਾਂ ਦੇ ਬਾਵਜੂਦ ਵੀ ਰੂਸ ਯੂਕਰੇਨ ਦੀ ਜੰਗ ਦੇ ਚੱਲਦਿਆਂ ਜਿੰਨਾ ਸਟੋਰ ਕੀਤਾ ਸਸਤਾ ਖਰੀਦ ਕੇ, ਉਹਦੇ ਹਵਾਲੇ ਨਾਲ ਅੱਜ ਦੀ ਤਰੀਕ ਚ ਭਾਰਤੀਆਂ ਨੂੰ, ਹਰ ਸੂਬੇ ਦੇ ਵਾਸੀ ਨੂੰ 10 ਤੋਂ 12 ਰੁਪਏ ਪ੍ਰਤੀ ਲੀਟਰ ਪੈਟਰੋਲ ਡੀਜ਼ਲ ਸਸਤਾ ਮਿਲਣਾ ਚਾਹੀਦਾ। ਇਹ ਇੱਕ ਔਸਤ ਆਰਥਿਕ ਮਾਹਿਰਾਂ ਦੀ ਕੱਢੀ ਹੋਈ ਕੀਮਤ ਹੈ। ਉਸੇ ਤਰ੍ਹਾਂ ਉਹਨਾਂ ਦਾ ਮੰਨਣਾ ਸੀ ਕਿ ਸਿਲੰਡਰ ਦੇ ਰੂਪ ਦੇ ਵਿੱਚ ਅੱਜ ਦੀ ਤਰੀਕ ਤੇ ਸਿਲੰਡਰ 300 ਤੋਂ 350 ਰੁਪਏ ਸਸਤਾ ਆਰਾਮ ਨਾਲ ਮਿਲ ਸਕਦਾ। ਪਰ ਹੁਣ ਸਬਸਿਡੀ ਵੀ ਸ਼ੁਰੂ ਹੋ ਗਈ ਦੁਬਾਰਾ। 200 ਰੁਪਇਆ ਹੋ ਸਕਦਾ ਸਬਸਿਡੀ ਦੇ ਰੂਪ ਚ ਆਵੇ ਜੀ। ਤੇ ਦੂਸਰੇ ਪਾਸੇ ਹੁਣ ਛੇਤੀ ਹੀ ਤੁਹਾਨੂੰ ਪੈਟਰੋਲ ਤੇ ਡੀਜ਼ਲ ਵੀ ਸਸਤਾ ਹੁੰਦਾ ਨਜ਼ਰ ਆਊਗਾ। ਠੀਕ ਹੈ। ਕਿਉਂਕਿ 5 ਸੂਬਿਆਂ ਚ ਵੀ ਵੋਟਾਂ ਲੈਣੀਆਂ ਤੇ 2024 ਚ ਵੀ ਵੋਟਾਂ ਲੈਣੀਆਂ। ਅੱਜ ਭੈਣਾਂ ਦੇ ਨਾਂ ਦੇ ਉੱਤੇ ਸਿਲੰਡਰ ਸਸਤਾ ਕੀਤਾ ਹੈ,
ਕੱਲ ਨੂੰ ਭਰਾਵਾਂ ਦੇ ਨਾਂ ਦੇ ਉੱਤੇ ਪੈਟਰੋਲ ਡੀਜ਼ਲ ਵੀ ਸਸਤਾ ਕਰ ਸਕਦੇ ਆ। ਠੀਕ ਹੈ। ਜਾਂ ਦੇਸ਼ ਵਾਸੀਆਂ ਦੇ ਲਈ ਕਿ ਹਾਂ बहन मेरी स्कूटरी पे जाती है ना, ऐसा कुछ भी बोलना तो आउंदा ही है। हाँ जी, हाँ जी, प्रचार करना आउंदा ही है, इश्तिहार देना आउंदा ही है। सो इस ਲਈ ਆਰਥਿਕ ਮਾਰ ਕਹਿੰਦੇ ਕਿ ਸਿਰਫ ਤੇ ਸਿਰਫ ਸਿਆਸੀ ਦਾ ਏ। ਲੋਕਾਂ ਦੀ ਜੇ ਪਹਿਲਾਂ ਬੁਰੀ ਤਰ੍ਹਾਂ ਵੱਢੀ, ਬੁਰੀ ਤਰ੍ਹਾਂ ਕੱਟੀ, ਲੋਕਾਂ ਨੂੰ ਜਦੋਂ ਔਖਾਈ ਚ ਸਮੇਂ ਸੀ ਉਦੋਂ ਸਰਕਾਰਾਂ ਨਾਲ ਨਹੀਂ ਖੜੀਆਂ, ਉਦੋਂ ਸਿਸਟਮ ਨਾਲ ਨਹੀਂ ਖੜਿਆ, ਤੇ ਹੁਣ ਤੁਸੀਂ ਕਹਿੰਦੇ ਜੀ ਅਸੀਂ 200 ਘਟਾਤਾ, ਤੇ ਉਹੀ ਭੇਡਾਂ ਦੀ ਉੱਨ ਲਾ ਕੇ ਭੇਡਾਂ ਨੂੰ ਕੰਬਲ ਵੰਡਣ ਵਾਲੀ ਗੱਲ ਆ ਕਿ ਜਿਹੜਾ 500 ਦਾ ਮਿਲਦਾ ਸੀ ਕਿਸੇ ਸਮੇਂ ਉਹ ਤੁਹਾਨੂੰ 1103 ਤੱਕ ਦਾ ਦਿੱਤਾ, ਤੇ ਹੁਣ ਅੱਜ ਬੜੇ ਬੜੇ ਇਸ਼ਤਿਹਾਰ ਦੇ ਕੇ ਕਿਹਾ ਸੀ 200 ਘਟਾਤਾ ਜੀ। ਰੌਲਾ ਇਹ ਹੈ ਸ਼ਰਮਾ ਜੀ ਕਿ ਜਿੰਨੇ ਤੁਸੀਂ ਖੋਜ ਕਰਕੇ ਲਿਆਏ ਹੋ ਕਿ ਕਿਹੜੇ ਸਾਲ 'ਚ ਕਿੰਨੇ ਦਾ ਸੀ, ਇਹ ਸਵਾਲ ਹਰੇਕ ਨੇ ਥੋੜ੍ਹਾ ਕਰਨਾ ਹੈ। ਹਰੇਕ ਨੇ ਤਾਂ ਜੇਬ ਕਟਾ ਕੇ, ਚੰਮ ਪਟਾ ਕੇ, ਸਾਰਾ ਕੁਛ ਲੁੱਟ ਲਟਾ ਕੇ ਹੁਣ 200 ਤੇ ਤਾੜੀਆਂ ਮਾਰਨੀਆਂ। ਸਾਡਾ ਮਿੱਥ ਬਣ ਚੁੱਕਿਆ ਹੈ। ਅਸਲ ਦੇ ਵਿੱਚ ਇੱਕ ਪੋਲੀਟੀਕਲ ਸਟ੍ਰੈਟਜਿਸਟ ਜਿਹੜੇ ਨੇ ਉਹ ਦੱਸਦੇ ਨੇ ਕਿ ਸਰਕਾਰਾਂ ਜਾਂ ਪਾਰਟੀਆਂ ਜਦੋਂ ਪਾਲਿਸੀ ਬਣਾਉਂਦੀਆਂ ਤੇ ਇਹ ਕਹਿੰਦੀਆਂ ਕਿ ਪਹਿਲਾਂ ਬੰਦੇ ਦੋ ਵੋਟਰ ਤੋਂ ਸਾਰਾ ਕੁਝ ਖੋਲੋ, ਉਹਦੇ ਤੋਂ ਪਾਣੀ ਕੁਛ ਵੀ ਨਾ ਉਹਨੂੰ ਦਿਓ, ਭੁੱਖਾ ਤੇ ਹੈ। ਜਦੋਂ ਉਹ ਜਮਾਂ ਹੀ ਚੀਕਣ ਲੱਗ ਪਏ ਤੇ ਉਦੋਂ ਥੋੜੀ ਜਿਹੀ ਪਾਣੀ ਦੀ ਬੂੰਦ ਉਹਦੇ ਮੂੰਹ 'ਚ ਪਾ ਦਿਓ ਤੇ ਉਹ ਵਿਰ ਜੂਗਾ। ਸਰਕਾਰਾਂ ਨੇ ਹਿਟਲਰ ਵਾਲੀ ਵੀਡੀਓ ਦੇਖੀ ਹੈ ਨਾ, ਹਾਂਜੀ ਉਹਦੇ ਵਾਲੀ, ਹਾਂਜੀ ਕਿ ਉਹ ਪਹਿਲਾਂ ਇੱਕ ਉਹ ਕਹਿੰਦਾ ਸੰਸਦ ਚ ਅੰਦਰ ਨਾ ਉਹ ਮੁਰਗਾ ਲੈ ਕੇ ਪਹੁੰਚ ਗਿਆ, ਹਾਂਜੀ ਹਾਂਜੀ ਹਾਂਜੀ, ਤੇ ਉਹਨੇ ਸਾਰੇ ਮੁਰਗੇ ਦੇ ਖੰਭ ਪੱਟ ਕੇ ਸਿੱਟੀ ਗਿਆ ਤੇ ਮੁਰਗਾ ਚੀਕੇ ਤੜਫੇ ਹੈ ਨਾ, ਬੁਰੀ ਤਰ੍ਹਾਂ ਰੋਵੇ, ਤੇ ਉਹ ਤੋਂ ਬਾਅਦ ਜਦੋਂ ਮੁਰਗੇ ਦੇ ਕੱਲੇ ਕੱਲੇ ਖੰਭ ਪੱਟ ਹੋ ਕੇ ਉਹ ਥੱਲੇ ਡਿੱਗਿਆ ਫਿਰਦਾ, ਤੜਫਦਾ ਫਿਰਦਾ, ਤਾਂ ਉਹਨੇ ਜੇਬ ਚੋਂ ਦਾਣੇ ਕੱਢੇ ਤੇ ਦਾਣਾ ਸਿੱਟਿਆ, ਤੇ ਜਿੱਧਰ ਨੂੰ ਹਿਟਲਰ ਜਾਂਦਾ ਉਹਦੇ ਮਗਰ ਮਗਰ ਮੁਰਗਾ ਜਾਂਦਾ। ਬਿਲਕੁਲ। ਸੋ ਇਸ ਲਈ ਸਾਡੇ ਖੰਭ ਪੱਟ ਕੇ ਹੁਣ ਸਾਨੂੰ ਦਾਣਾ ਪਾਇਆ ਜਾ ਰਿਹਾ ਹੈ ਜੀ। ਬਿਲਕੁਲ ਸਹੀ ਹੈ। ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ ਸ਼ਰਮਾ ਜੀ। ਪੰਚਾਇਤਾਂ ਭੰਗ ਕਰ ਬੈਠੀ ਸਰਕਾਰ, ਵਿਰੋਧੀ ਧਿਰਾਂ, ਹੋਰ ਵੀ ਜਿਹੜੇ ਲੋਕ ਸਮਾਜਿਕ ਧਿਰਾਂ ਉਹਨਾਂ ਨੇ ਵਿਰੋਧ ਕੀਤਾ। ਹੁਣ ਕਹਿੰਦੇ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਦੇ ਵਿੱਚ ਸਰਕਾਰ ਨੂੰ ਜਵਾਬ ਹੀ ਨਹੀਂ ਸੁੱਝ ਰਿਹਾ। ਪ੍ਰਵੀਨ ਜੀ, ਆਪਾਂ ਕੱਲ ਇਸੇ ਪ੍ਰੋਗਰਾਮ 'ਚ ਗੱਲ ਕਰ ਰਹੇ ਸੀ ਕਿ ਇੱਕ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਸੀ, ਤੇ ਕੱਲ ਵੀ ਸੁਣਵਾਈ ਸੀ। ਆਪਾਂ ਜਦੋਂ ਪ੍ਰੋਗਰਾਮ ਕਰ ਰਹੇ ਹਾਂ ਉਸ ਸਮੇਂ ਤੋਂ ਘੰਟੇ 2 ਘੰਟੇ ਬਾਅਦ ਹੀ ਸੁਣਵਾਈ ਸੀ ਕੱਲ। ਜੀ 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 ਜੀ। ਤੇ ਅਦਾਲਤ 'ਚ ਬਕਾਇਦਾ ਤੌਰ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ, ਪੰਜਾਬ ਸਰਕਾਰ ਦੇ ਵਕੀਲਾਂ ਨੂੰ ਕਿਹਾ ਸੀ ਕਿ ਭਾਈ ਜਵਾਬ ਲੈ ਕੇ ਆਇਓ ਕਿ ਕਿਹੜਾ ਲੋਕ ਹਿੱਤ ਹੈ ਤੁਹਾਡਾ ਜਿਹਦੇ ਕਾਰਨ ਤੁਸੀਂ ਭੰਗ ਕੀਤੀ, ਉਹ ਮੈਨੂੰ ਕਾਰਨ ਦੱਸ ਦਿਓ। ਸੋ ਲੋਕ ਹਿੱਤ ਦਾ ਕਾਰਨ ਅੱਜ ਵੀ ਨਹੀਂ ਲੱਭ ਸਕੇ, ਕੱਲ ਜਵਾਬ ਹੀ ਨਹੀਂ ਦੇ ਸਕੇ, ਤੇ ਜਦੋਂ ਜਵਾਬ ਨਹੀਂ ਦੇ ਸਕੇ ਫਿਰ ਹੋਰ ਸਮਾਂ ਮੰਗਿਆ। ਸੋ ਹੁਣ 31 ਤਰੀਕ ਨੂੰ ਕੱਲ ਨੂੰ ਫਿਰ ਸੁਣਵਾਈ ਹੈ ਜੀ। ਠੀਕ ਹੈ। ਸੋ ਮਤਲਬ 2 ਦਿਨ ਮਿਲ ਗਏ, ਸਮਝ ਲਓ ਕੱਲ ਵਾਲਾ ਦਿਨ ਵੀ ਬਚਾ ਲਿਆ ਤੇ ਅੱਜ ਵਾਲਾ ਦਿਨ ਵੀ ਆ। ਸੋ ਹੁਣ 31 ਅਗਸਤ ਨੂੰ ਦੇਖਦੇ ਹਾਂ ਕੀ ਜਵਾਬ ਦਿੰਦੇ ਆ। ਇਹਦਾ ਮਤਲਬ ਪੰਜਾਬ ਸਰਕਾਰ ਕੋਲ ਜਵਾਬ ਨਹੀਂ ਹੈ। ਪਹਿਲੂ ਇਹਦਾ ਸਾਫ਼ ਹੈ ਕਿ ਬਾਰ-ਬਾਰ ਇਹ ਦਮ ਭਰਦੇ ਰਹੇ ਕਿ ਅਸੀਂ ਲੋਕ ਹਿੱਤ ਦੇ ਵਿੱਚ ਫੈਸਲਾ ਕੀਤਾ, ਇਹ ਲੋਕ ਹਿੱਤ ਦੇ ਵਿੱਚ ਫੈਸਲਾ ਨਹੀਂ ਸੀ। ਇਹਦੇ ਪਿੱਛੇ ਜਿਹੜਾ ਆਧਾਰ ਦਿੱਤਾ ਜਾ ਰਿਹਾ ਕਿ ਸਾਨੂੰ ਖਤਰਾ ਸੀ ਕਿ ਜਿਹੜਾ ਫੰਡ ਪੰਚਾਇਤਾਂ ਕੋਲ ਪਿਆ, ਹਾਂਜੀ, ਉਹ ਫੰਡ ਕਹਿੰਦੇ ਜੀ ਦੁਰਵਰਤੋਂ ਹੋ ਜਾਣੀ ਆ, ਉਹਦੀ ਗਲਤ ਵਰਤੋਂ ਹੋ ਜਾਣੀ ਆ। ਉਹਦੀ ਗਲਤ ਵਰਤੋਂ ਹੋਣ ਦਾ ਖਤਰਾ ਸੀ ਜਾਂ ਗਲਤ ਵਰਤੋਂ ਕਰਨੀ ਆ, ਕਿ ਪ੍ਰਬੰਧਕਾਂ ਦੇ ਰੂਪ ਚੋਂ ਪੈਸਾ ਕਢਾ ਤਾਂ ਸਕਦੇ ਨਹੀਂ, ਪਰ ਉਹਦੀ ਹਿੱਲੇ ਲੱਭਣ ਨੂੰ ਫਿਰਦੇ ਆ ਕਿ ਜੇ ਕਢਵਾ ਕੇ ਉਹਨਾਂ ਆਪਣੇ ਚਿਹਤਿਆਂ ਰਾਹੀਂ ਚੈੱਕ ਵੰਡਾ ਦਈਏ, ਆਪਣੇ ਚਿਹਤਿਆਂ ਰਾਹੀਂ ਖਰਚਾ ਕਰਾ ਦਈਏ, ਇਹਨਾਂ ਨੂੰ ਬਾਅਦ ਚੋਂ ਸਰਪੰਚ ਬਣਾਉਣਾ ਜੀ, ਇਹਦੇ ਉੱਤੇ ਵੀ ਕੰਮ ਚੱਲਦਾ। ਪਰ ਇਹ ਸਾਰੇ ਪਹਿਲੂ ਦੇ ਦਰਮਿਆਨ ਇੱਕ ਪਹਿਲੂ ਉਜਾਗਰ ਹੋ ਰਿਹਾ। ਕਿਸੇ ਸਮੇਂ ਕਾਂਗਰਸ ਦੀ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਬੀਬੀ ਭੱਠਲ ਕੋਲੇ ਪੰਚਾਇਤੀ ਵਿਭਾਗ ਸੀ, ਠੀਕ ਹੈ। ਅਫਸਰਾਂ ਅਧਿਕਾਰੀਆਂ ਨੇ ਕੈਪਟਨ ਨੂੰ ਗੱਲ ਜਚਾਤੀ, ਤੇ ਕੈਪਟਨ ਨੇ ਜੀ ਬੀਬੀ ਭੱਠਲ ਨੂੰ ਕਹਿ ਕੇ ਪੰਚਾਇਤਾਂ ਭੰਗ ਕਰਾ ਰਹੀਆਂ ਕਿ ਲਓ ਵੀ ਆਪਾਂ ਸਾਲ ਪਹਿਲਾਂ ਹੀ ਚੋਣਾਂ ਭੜਕਾ ਕੇ ਪਰੇ ਮਾਰੀਏ, ਪੰਚਾਇਤਾਂ ਦੇ ਆਪਣਾ ਕੰਟਰੋਲ ਹੋਵੇ, ਤੇ ਅਦਾਲਤ ਚੋਂ ਮੂੰਹ ਦੀ ਖਾਣੀ ਪੈ ਗਈ ਸੀ, ਠੀਕ ਹੈ। ਤੇ ਉਹੀ ਵਰਤਾਰਾ ਹੁਣ ਦੁਬਾਰਾ ਹੋਇਆ। ਕਹਿੰਦੇ ਅਫਸਰਾਂ ਨੇ, ਕੁਝ ਖਾਸ ਸਲਾਹਕਾਰਾਂ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਪੰਚਾਇਤਾਂ ਆਪਣੇ ਕੰਟਰੋਲ 'ਚ ਲਓ ਜੀ, ਇੰਨਾ ਫੰਡ ਆਉਂਦਾ, ਨਾਲ ਇੰਨਾ ਫੰਡ ਪਿਆ ਪੰਚਾਇਤਾਂ ਕੋਲ, ਠੀਕ ਹੈ। ਤੇ ਹੁਣ ਕਹਿੰਦੇ ਜਦੋਂ ਅਦਾਲਤ 'ਚ ਫਜੀਅਤ ਹੋ ਰਹੀ ਆ ਤੇ ਕਹਿੰਦੇ ਮੁੱਖ ਮੰਤਰੀ ਹੁਣ ਅਫਸਰਾਂ ਤੋਂ ਔਖੇ ਨੇ। ਅਫਸਰ ਕਹਿੰਦੇ ਹੁਣ ਅਦਾਲਤਾਂ 'ਚ ਜਵਾਬ ਨਹੀਂ, ਤੇ ਮੁੱਖ ਮੰਤਰੀ ਮੂਹਰੇ ਪੇਸ਼ ਨਹੀਂ ਹੋ ਪਾ ਰਹੇ, ਮੂੰਹ ਲੁਕਾਉਂਦੇ ਫਿਰਦੇ ਆ। ਤੇ ਹੁਣ ਇਹ ਅਫਸਰਾਂ ਨੇ ਫਸਾਇਆ ਜੀ, ਸਲਾਹਕਾਰਾਂ ਨੇ ਫਸਾਇਆ, ਜਾਂ ਛੇਤੀ ਪੰਚਾਇਤਾਂ ਤੇ ਕਾਬਜ ਹੋਣ ਦੀ ਲਾਲਸਾ ਨੇ ਫਸਾਇਆ। ਪੰਜਾਬ ਸਰਕਾਰ ਇਹ ਪੰਚਾਇਤਾਂ ਭੰਗ ਕਰਨ ਦੇ ਹਵਾਲੇ ਨਾਲ ਤਰੀਕਾਂ ਤੱਕ ਦੀ ਬੁਣਤੀ ਕਰੀ ਬੈਠੀ ਸੀ ਕਿ ਆਪਾਂ ਕਦੋਂ ਕਿਹੜੀ ਚੋਣ ਕਰਾਉਣੀ ਆ। ਕਹਿੰਦੇ ਜੀ ਅਸੀਂ 25 ਨਵੰਬਰ ਦੇ ਨੇੜੇ ਤੇੜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਕਰਾ ਲਾਂਗੇ, ਤੇ ਆਪਾਂ 31 ਦਸੰਬਰ ਦੇ ਮਹੀਨੇ ਬਾਅਦ ਆਪਾਂ ਫਿਰ ਪੰਚਾਇਤੀ ਚੋਣਾਂ ਕਰਾ ਲਾਂਗੇ, ਹਰ ਪਿੰਡ 'ਚ ਆਪਣਾ ਸਰਪੰਚ ਹੋਊਗਾ।
ਇਹ ਚੱਕਰ 'ਚ 13,000 ਦੇ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਭੰਗ ਕਰਕੇ ਉਹ ਮਾਰੀਆਂ ਤੇ ਅਗਲੇ ਅਦਾਲਤ ਚਲ ਗਏ ਤੇ ਅਦਾਲਤ 'ਚ ਹੁਣ ਸਰਕਾਰ ਨੂੰ ਜਵਾਬ ਨਹੀਂ ਕਿ ਕਿਹੜਾ ਲੋਕ ਸੀ ਉਸ ਮਾਮਲੇ 'ਚ ਘਿਰ ਗਏ ਨੇ। ਕੱਲ ਸੁਣਵਾਈ ਤੋਂ ਭੱਜੇ, ਤਰੀਕ ਮੰਗੀ ਤੇ ਇੱਕ ਦਿਨ ਛੱਡ ਕੇ ਤਰੀਕ ਮਿਲ ਗਈ ਆ ਕਿ ਲਿਆਇਓ ਭਾਈ ਜਵਾਬ ਬਣਾ ਕੇ, ਪੂਰਾ ਜਵਾਬ ਲੈ ਕੇ ਆਇਓ, ਰਿਕਾਰਡ ਲੈ ਕੇ ਆਇਓ ਤੇ ਨਹੀਂ ਤਾਂ ਫਿਰ ਸਖਤ ਐਕਸ਼ਨ ਵੀ ਹੋ ਸਕਦਾ। ਇਹਦੇ ਉੱਤੇ ਹੁਣ ਦੇਖਦੇ ਹਾਂ ਸਰਕਾਰ ਦੀ ਕਿੱਥੇ ਜਾ ਕੇ ਖੜਦੀ ਹੈ ਸਥਿਤੀ। ਇਹ ਕਾਫੀ ਦੁਵਿਧਾਜਨਕ ਔਰ ਫਿਕਰਮੰਦੀ ਵਾਲੀ, ਔਰ ਕਹਿੰਦੇ ਕਿ ਮੁੱਖ ਮੰਤਰੀ ਇਸ ਗੱਲ ਤੋਂ ਹੁਣ ਔਖੇ ਨੇ ਪੰਚਾਇਤ ਵਿਭਾਗ ਜੀ। ਅਗਲੀ ਗੱਲ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ LMAI ਦੀ। ਪੰਜਾਬ ਦੇ ਵਿੱਚ ਕਹਿੰਦੇ LMAI ਦੇ ਵਾਂਗ ਵਿਖਦੀਆਂ ਸਿਆਸੀ ਸ਼ਰਨ ਲੈਣ ਵਾਲੀਆਂ ਚਿੱਠੀਆਂ ਜੀ। ਪ੍ਰਵੀਨ ਜੀ ਬਿਲਕੁਲ ਇਹ ਵੱਡੀ ਚਰਚਾ ਹੈ। LMIA ਇੱਕ ਤਰ੍ਹਾਂ ਨਾਲ ਕੰਪਨੀ ਨੂੰ, ਵਿਅਕਤੀ ਵਿਸ਼ੇਸ਼ ਨੂੰ, ਉਹਦੀ ਸੰਸਥਾ ਨੂੰ, ਉਹਦੇ ਅਦਾਰੇ ਨੂੰ ਇੱਕ ਉਹ ਸਹੂਲਤ ਦਿੰਦੀ ਹੈ ਕਿ ਭਾਈ ਜੇ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਉਸ ਤਰ੍ਹਾਂ ਦਾ ਮਾਹਰ ਜਿਹੜਾ ਤੁਹਾਨੂੰ ਚਾਹੀਦਾ, ਹਾਂਜੀ, ਤੁਸੀਂ ਆਪਣਾ ਕੰਮ ਵਧਾਉਣ ਲਈ ਉਸ ਕਿੱਤੇ ਦਾ, ਉਸ ਤਕਨੀਕ ਦਾ ਕੋਈ ਮਾਹਰ ਤੁਸੀਂ ਲਿਆਉਣਾ ਤੇ ਤੁਹਾਨੂੰ ਆਪਣੇ ਮੁਲਕ 'ਚ ਨਹੀਂ ਮਿਲਦਾ, ਆਪਣੇ ਸੂਬੇ 'ਚ ਨਹੀਂ ਮਿਲਦਾ, ਆਪਣੇ ਦੇਸ਼ 'ਚ ਨਹੀਂ ਮਿਲਦਾ, ਤੁਸੀਂ ਦੁਨੀਆ 'ਚ ਜਿੱਥੋਂ ਚਾਹੋ ਉੱਥੋਂ ਮੰਗਾ ਲਓ। LMIA ਦਾ ਮਤਲਬ ਇਹ ਆ ਜੀ। ਪਰ ਅਸੀਂ ਜਾਂ ਸਾਡੇ 'ਚੋਂ ਕੁਝ ਲੋਕਾਂ ਦੀ ਬਿਰਤੀ ਤਾਂ ਉਹ ਰਹੀ ਆ ਕਿ ਅਸੀਂ ਤਾਂ ਉਹ ਜਿਹੜੀਆਂ ਬਾਹਰਲੇ ਮੁਲਕਾਂ 'ਚ ਜੁੱਤੀਆਂ ਪਾਲਿਸ਼ ਕਰਨ ਵਾਲੀਆਂ ਮਸ਼ੀਨਾਂ ਲੱਗੀਆਂ ਸੀ, ਉਹ ਵੀ ਅਸੀਂ ਇੱਕ ਪੈਰ ਲਾ ਕੇ ਦੂਆ ਪੈਰ ਗਾਂਹ ਜਾ ਕੇ ਕਰ ਲੈਂਦੇ ਸੀ ਕਿ ਮੁਕਤ ਜੇ ਕਰ ਲਈਏ। ਹਾਂਜੀ। ਤੇ ਇਸ ਲਈ ਅਸੀਂ ਤਾਂ LMIA ਨੂੰ ਵੀ ਆਪਣੀ ਕੰਪਨੀ ਦੀ ਉੱਨਤੀ ਦੀ ਲਈ ਸਿੱਧੀ ਡਾਇਰੈਕਟ ਕਮਾਈ ਦਾ ਸਾਧਨ ਬਣਾ ਲਿਆ ਕਿ ਪੰਜਾਬ ਤੋਂ ਨਿਆਣੇ ਆਉਣੇ ਆ, ਭਾਰਤ ਤੋਂ ਨਿਆਣੇ ਬੁਲਾਉਣੇ ਆ, ਕਿਸੇ ਨੇ ਆਪਣਾ ਬਾਪੂ ਬੇਬੇ ਬੁਲਾਉਣਾ, ਕਿਸੇ ਨੇ ਕੋਈ ਰਿਟਾਇਰ ਬੰਦਾ ਬੁਲਾਉਣਾ, LMIA ਵੇਚ ਦੋ, 40 ਲੱਖ 'ਚ ਮੰਗਾ ਲਾਂਗੇ ਜੀ, ਸੋ 30 ਲੱਖ ਲੱਗ ਜੂਗਾ ਜੀ, ਤੁਹਾਡਾ ਭੇਜੋਗੇ ਇੰਨੇ ਲੱਗਦੇ ਆ, ਸਿੱਧਾ ਮੰਗਾ ਲਾਂਗੇ ਜੀ। ਸੋ ਏਦਾਂ ਦੇ ਤਰੀਕੇ ਉਹ ਵਿਕਣ ਲੱਗ ਗਈਆਂ। ਮੈਂ ਨਹੀਂ ਕਹਿੰਦਾ ਸਾਰੇ ਵੇਚਦੇ ਆ, ਪਰ ਸਾਰੇ ਤਕਨੀਕੀ ਤੌਰ ਤੇ ਇਹਨੂੰ 1 ਨੰਬਰ 'ਚ ਵੀ ਲੈਂਦੇ ਆ, 2 ਨੰਬਰ ਦਾ ਕੰਮ ਚੱਲਦਾ। ਉਸੇ ਤਰ੍ਹਾਂ ਪੰਜਾਬ 'ਚ ਜਦੋਂ ਖੜਕੂਬਾਦ ਦਾ ਦੌਰ ਸੀ ਤਦ ਸਹੀ ਮਾਇਨਿਆਂ 'ਚ ਜਿਨ੍ਹਾਂ ਨੂੰ ਲੱਗਿਆ ਕਿ ਸਾਡੀ ਜਾਨ ਮਾਲ ਦੀ ਨੂੰ ਖਤਰਾ ਏ, ਚਾਹੇ ਉਹ ਪੁਲਿਸ ਤੋਂ, ਚਾਹੇ ਉਹ ਸਰਕਾਰ ਤੋਂ, ਚਾਹੇ ਵਿਰੋਧੀ ਧਿਰ ਤੋਂ, ਚਾਹੇ ਕਿਸੇ ਹੋਰ ਗਰੁੱਪ ਤੋਂ, ਤਾਂ ਉਹ ਸਿਆਸੀ ਸ਼ਰਨ ਲੈਣ ਲਈ ਵਿਦੇਸ਼ਾਂ ਨੂੰ ਭੱਜੇ। ਬਕਾਇਦਾ ਇੱਥੋਂ ਅਧਿਕਾਰਤ ਚਿੱਠੀਆਂ ਲੈ ਕੇ ਗਏ ਜੀ, ਤੇ ਸਿਮਰਜੀਤ ਮਾਨ ਦੀਆਂ ਚਿੱਠੀਆਂ ਖੂਬ ਚਰਚਾ 'ਚ ਰਹਿੰਦੀਆਂ ਰਹੀਆਂ ਜੀ। ਤੇ ਉਹ ਚਿੱਠੀਆਂ ਲੈ ਕੇ ਉਧਰ ਪੱਕੇ ਵੀ ਹੋਏ। ਪਰ ਉਹ ਚਿੱਠੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਬਿਲਕੁਲ ਹੀ ਪੱਕੇ ਹੋ ਜਾਣਾ ਜੀ। ਪਹਿਲਾਂ ਤਾਂ ਉਹਦੇ ਲਈ ਬੰਦਾ ਜੁਗਾੜ ਕਰਦਾ ਕਿ ਕਿਸੇ ਹੋਰ ਮੁਲਕ ਰਾਹੀਂ ਉਹਦੇ ਨਾਲ ਜੁੜਦਾ, ਜਿਹਦਾ ਬਾਰਡਰ ਆ ਉੱਥੇ ਪਹੁੰਚਦਾ ਹੈ ਨਾ, ਤੇ ਉੱਥੋਂ ਪਹੁੰਚ ਕੇ ਫਿਰ ਗਾਹੇ ਵਗਾਏ ਗੈਰ ਕਾਨੂੰਨੀ ਤਰੀਕੇ ਨਾਲ, ਕਿਸੇ ਵੀ ਢੰਗ ਤਰੀਕੇ ਨਾਲ ਉਸ ਮੁਲਕ 'ਚ ਵੜਦਾ, ਫਿਰ ਪੁਲਿਸ ਦੀ ਗਿਰਫਤ 'ਚ ਆਉਂਦਾ, ਪਰ ਉਹ ਤੋਂ ਪਹਿਲਾਂ ਦਸਤਾਵੇਜ਼ ਸਾਰੇ ਨਿਬੇੜ ਦਿੰਦਾ ਕਿ ਹਾਂ ਮੇਰੇ ਕੋਲ ਕੋਈ ਪਾਸਪੋਰਟ ਨਹੀਂ, ਕੋਈ ਆਇਡੈਂਟੀ ਨਹੀਂ, ਕੋਈ ਕੁਛ ਨਹੀਂ। ਫਿਰ ਉਹਨੂੰ ਕੈਂਪਾਂ 'ਚ ਲੈ ਜਾਓ ਤੇ ਕੈਂਪਾਂ ਤੋਂ ਬਾਅਦ ਫਿਰ ਉਹ ਕੇਸ ਫਾਈਲ ਕਰਦਾ ਕਿ ਜੀ ਆਹ ਚਿੱਠੀਆਂ ਦੇ ਰਾਹੀਂ ਕਿ ਆਹ ਚਿੱਠੀ ਆ ਜੀ, ਮੇਰੀ ਜਾਨ ਨੂੰ ਖਤਰਾ, ਫਲਾਣੀ ਪਾਰਟੀ ਨੇ ਚਿੱਠੀ ਲਿਖ ਕੇ ਭੇਜੀ ਆ। ਫੋਟੋਆਂ ਤੱਕ ਲੀਡਰ ਪੈਸੇ ਲੈ ਕੇ ਖਿਚਾਉਂਦੇ ਨੇ। ਠੀਕ ਆ। ਉਹ ਦੌਰ ਅੱਜ ਵੀ ਚੱਲਦਾ ਕਿ ਪਾਰਟੀਆਂ ਤੋਂ ਚਿੱਠੀਆਂ ਲੈਂਦੇ ਨੇ, ਚਿੱਠੀਆਂ ਵੀ ਮੁੱਲ ਲੈਂਦੇ ਨੇ ਤੇ ਉਹ ਤੋਂ ਬਾਅਦ ਫਿਰ ਫੋਟੋਆਂ ਖਿਚਾਉਣ ਦੇ ਅੱਡ ਪੈਸੇ ਲੈਂਦੇ ਨੇ। ਫਿਰ ਕਹਿੰਦੇ ਨੇ ਹੁਣ ਤੇਰਾ ਕੇਸ ਪੱਕਾ ਹੋ ਗਿਆ। ਸੋ LMIA ਵਾਂਗ ਚਿੱਠੀਆਂ ਵਿਕਦੀਆਂ। ਇੱਕ ਚਿੱਠੀਆਂ ਤਾਂ ਉਹ ਵਿਕਦੀਆਂ ਜਿਹੜੇ ਸਹੀ ਰੂਪ 'ਚ ਰਾਜਨੀਤਿਕ ਦਲ ਹੈਗੇ ਉਹ ਵੇਚਦੇ ਆ ਪੈਸੇ ਲੈ ਕੇ। ਠੀਕ ਹੈ। ਇੱਕ ਜਿਵੇਂ ਜਾਲੀ ਡਿਗਰੀਆਂ ਵਿਕਦੀਆਂ, ਉਵੇਂ ਜਾਲੀ ਚਿੱਠੀਆਂ ਵੀ ਵਿਕਦੀਆਂ। ਨਾ ਹਕੀਕਤ 'ਚ ਰਾਜਨੀਤਿਕ ਦਲ ਹੈ, ਨਾ ਕੋਈ ਐਡਾ ਬੜਾ ਨਾਮ ਹੈ ਉਹਦਾ। ਕਿਸੇ ਅਸਲੀ ਰਾਜਨੀਤਿਕ ਦਲ ਦੀਆਂ ਵੀ ਚਿੱਠੀਆਂ ਜਾਲੀ ਬਣਾ ਕੇ ਦੇ ਦਿੰਦੇ ਨੇ ਤੇ ਬੰਦੇ ਨੂੰ ਇਹ ਲੱਗਦਾ ਕਿ ਲੈ ਵੀ ਮੇਰੀ ਕੇਸ ਫਾਈਲ ਹੋ ਗਿਆ, ਇਹਦਾ ਮਤਲਬ ਮੇਰਾ ਸਾਰਾ ਕੁਝ ਪਾਸ ਹੋ ਗਿਆ। ਪਰ ਉਹ ਭੁੱਲ ਜਾਂਦਾ ਕਿ ਇਹ ਕੇਸ ਕਈ ਵਾਰ 10-10, 12-12 ਸਾਲ ਲਟਕ ਜਾਂਦੇ ਆ। ਹਾਂਜੀ, ਲਟਕ ਜਾਂਦੇ। ਤੇ ਇਹਦੇ ਵਿੱਚ ਹੁੰਦਾ ਕੀ ਆ ਕਿ ਜਦੋਂ ਤੁਹਾਡਾ ਕੇਸ ਫਾਈਲ ਹੁੰਦਾ ਤਦ ਉੱਥੋਂ ਦੀ ਸਰਕਾਰ, ਉੱਥੋਂ ਦੀ ਸਟੇਟ, ਉੱਥੋਂ ਦਾ ਦੇਸ਼ ਭਾਰਤ ਦੇ ਗ੍ਰਹਿ ਮੰਤਰਾਲੇ ਨਾਲ ਰਾਬਤਾ ਕਰਦਾ ਤੇ ਭਾਰਤ ਦਾ ਗ੍ਰਹਿ ਮੰਤਰਾਲਾ ਸੰਬੰਧਿਤ ਸੂਬੇ ਨਾਲ, ਜਿਹੜੇ ਸੂਬੇ ਤੋਂ ਚਿੱਠੀ ਦਾ ਹਵਾਲਾ ਹੋ ਕੇ ਆਇਆ ਹੁੰਦਾ, ਉੱਥੋਂ ਦੇ ਪੁਲਿਸ ਨਾਲ, ਤੰਤਰ ਨਾਲ, ਖੁਫੀਆ ਅਦਾਰਿਆਂ ਨਾਲ ਤਾਲਮੇਲ ਕਰਕੇ ਉਹਦੇ ਦਸਤਾਵੇਜ਼ ਖੰਗਾਲਦਾ ਕਿ ਭਾਈ ਅਸਲੀ ਨੇ, ਨਕਲੀ ਨੇ, ਇਹਦੀ ਜਾਨ ਨੂੰ ਖਤਰਾ ਸੀ ਜਾਂ ਨਹੀਂ। ਤੁਸੀਂ ਹੈਰਾਨ ਹੋਵੋਗੇ ਪ੍ਰਵੀਨ ਜੀ ਕਿ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਤੋਂ 8100 ਤੋਂ ਵੱਧ ਚਿੱਠੀਆਂ ਅਜਿਹੀਆਂ ਵਿਦੇਸ਼ਾਂ 'ਚ ਰਾਜਨੀਤਿਕ ਸ਼ਰਨ ਲੈਣ ਲਈ ਗਈਆਂ, ਜਿਸ 'ਚੋਂ 4280 ਤੋਂ ਵੱਧ, ਮਤਲਬ 4300, 50% ਤੋਂ ਵੀ ਜ਼ਿਆਦਾ 4280 ਚਿੱਠੀਆਂ ਜਾਲੀ ਪਾਈਆਂ ਗਈਆਂ, ਫਰਜ਼ੀ ਪਾਈਆਂ ਗਈਆਂ, ਕੇਸ ਝੂਠੇ ਪਾਏ ਗਏ ਜੀ।
ਤੇ ਇੱਧਰ ਇਹ ਮਾਮਲਾ ਕੱਲੇ ਪੰਜਾਬ ਤੱਕ ਨਹੀਂ, ਹਰਿਆਣੇ 'ਚ ਖਾਸਾ ਭੱਗ ਗਿਆ ਹੁਣ। ਠੀਕ ਹੈ। ਬਕਾਇਦਾ ਤੌਰ ਤੇ ਅਨੈਲੋ ਨੇ ਹਰਿਆਣਾ 'ਚ ਇਸ ਕੇਸ ਦੇ ਉੱਤੇ ਇੱਕ ਸਵਾਲ ਖੜਾ ਕਰਕੇ ਜਨਤਕ ਕੀਤੀ ਹੈ ਸਾਰੀ ਪਹਿਲੂ ਕਿ ਅਸੀਂ ਹੁਣ ਤੱਕ 2 ਬੰਦਿਆਂ ਨੂੰ ਚਿੱਠੀ ਦਿੱਤੀ ਹੈ ਸਿਰਫ, ਤੇ ਜੇ ਕੋਈ ਹੋਰ ਸਾਡੇ ਲੈਟਰ ਪੈਡ ਤੇ ਦਿਖਾਉਂਦਾ ਤਾਂ ਉਹ ਸਾਡੀ ਨਹੀਂ ਆ, ਉਹਦੇ ਪਰ ਕਾਰਵਾਈ ਕਰਿਓ ਤੇ ਅਸੀਂ ਵੀ ਕਰਾਂਗੇ। ਠੀਕ ਹੈ। ਸੋ ਇਸ ਲਈ ਪੰਜਾਬ ਦੇ ਵਿੱਚ ਪਾਰਟੀਆਂ ਦੇ ਲੈਟਰ ਪੈਡ ਵੀ ਵਿਕਦੇ ਨੇ ਤੇ ਲੈਟਰ ਵੀ ਵਿਕਦੇ ਨੇ। ਸੋ ਇਹ ਵਰਤਾਰਾ ਖਾਸਾ ਵੱਡਾ ਬਣਦਾ ਜਾ ਰਿਹਾ। ਛੋਟੇ ਰਾਜਨੀਤਿਕ ਦਲ ਵੱਡਾ ਕੰਮ ਕਰਦੇ ਨੇ ਇਹ, ਤੇ ਇਹਦਾ ਲਗਾਤਾਰ ਤੁਸੀਂ ਇਹ ਦੇਖੋ ਕਿ 5 ਸਾਲਾਂ ਦੇ ਵਿੱਚ ਜਿਨ੍ਹਾਂ ਦੀ ਜਾਂਚ ਚੱਲ ਰਹੀ ਆ, ਉਹ ਕੇਸ ਦੇਖੋ ਕਿ 2023 ਦੇ ਵਿੱਚ 107 ਕੇਸਾਂ ਦੀ ਅਜੇ ਵੀ ਜਾਂਚ ਚੱਲਦੀ ਆ ਜੀ। ਇਸੇ ਤਰ੍ਹਾਂ 222 ਦੇ ਵਿੱਚ 283 ਕੇਸਾਂ ਦੀ ਜਾਂਚ ਆ, 2021 ਦੇ ਵਿੱਚ 238 ਕੇਸਾਂ ਦੀ ਜਾਂਚ ਆ, 2020 ਚ 178 ਕੇਸਾਂ ਦੀ ਜਾਂਚ ਆ, 2019 ਚ 203 ਕੇਸਾਂ ਦੀ ਜਾਂਚ ਆ। ਇਹ ਅੰਕੜੇ ਪੰਜਾਬ ਦੇ ਹਵਾਲੇ ਨਾਲ ਨੇ। ਸੋ ਇਸੇ ਤਰ੍ਹਾਂ ਦਾ ਵਰਤਾਰਾ ਦੇਸ਼ ਭਰ ਚ ਵੀ ਸੀ, ਪਰ ਮੁੱਖ ਤੌਰ ਤੇ ਪੰਜਾਬ ਉਹਦਾ ਕੇਂਦਰ ਬਣਿਆ। ਤੇ ਮੈਂ ਜਿਹੜੇ 10 ਸਾਲਾਂ ਦੇ 8100 ਚਿੱਠੀਆਂ ਦੀ ਗੱਲ ਕਰ ਰਿਹਾ, ਉਹ ਚਿੱਠੀਆਂ ਚੋਂ ਜਿਹੜੀਆਂ 42 ਤੋਂ 80 ਰੱਦ ਹੋਈਆਂ, ਉਹ ਪੰਜਾਬ ਦੇ ਹਵਾਲੇ ਨਾਲ ਗੱਲ ਕਰ ਰਿਹਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਨਸ਼ਾ ਤਸਕਰਾਂ ਦੇ ਹਮਾਇਤੀਆਂ ਦੀ। ਹੁਣ ਕਹਿੰਦੇ ਇਹਨਾਂ ਦਾ ਦੋਗਲਾ ਅਵਾਰਡ ਦੇ ਨਾਲ ਮਾਣ-ਤਾਣ ਹੋਊਗਾ ਜੀ। ਬਿਲਕੁਲ ਜੀ, ਪੰਜਾਬ 'ਚ ਨਸ਼ਾ ਤਸਕਰੀ ਨੂੰ ਲੈ ਕੇ, ਨਸ਼ੇ ਦੀ ਸਪਲਾਈ ਨੂੰ ਲੈ ਕੇ ਇੱਕ ਲੰਬੀ ਜੰਗ ਸ਼ੁਰੂ ਹੁੰਦੀ ਜਾ ਰਹੀ ਆ ਜੀ। ਪ੍ਰਵੀਨ ਜੀ, ਮੁੰਡੇ ਦੇ ਸਿਰਿੰਜ ਲੱਗੀ ਆ, ਮੁੰਡੇ ਨੇ ਚਿੱਟਾ ਲਿਆ, ਗੋਲੀਆਂ ਦੇ ਪੱਤੇ ਮਿਲੇ, ਇਹ ਸਾਰਾ ਕੁਝ ਕੋਈ ਵੀ ਘਰੇ ਨਹੀਂ ਬਣਾਉਂਦਾ, ਕੋਈ ਤਾਂ ਸਪਲਾਈ ਕਰਦਾ ਨਾ। ਹਾਂਜੀ, ਬਿਲਕੁਲ ਸਹੀ ਹੈ। ਤੇ ਉਹ ਨਸ਼ਾ ਤਸਕਰਾਂ ਦੀ ਜੇ ਹਮਾਇਤ ਸਾਡੇ ਸਿਆਸੀ ਲੀਡਰ ਕਰਨਗੇ, ਸੰਸਥਾਵਾਂ ਕਰਨਗੀਆਂ, ਮੌਤਬਰ ਸ਼ਖਸੀਅਤਾਂ ਕਰਨਗੀਆਂ ਪਿੰਡਾਂ ਸ਼ਹਿਰਾਂ ਕਸਬਿਆਂ ਦੀਆਂ, ਫਿਰ ਦੱਸੋ ਕੀ ਬਣੂਗਾ। ਨਸ਼ਾ ਤਸਕਰ ਨੂੰ ਜੇ ਪੁਲਿਸ ਚੱਕ ਵੀ ਲਵੇ ਜੀ, ਪਹਿਲਾਂ ਤਾਂ ਬੜੇ ਨੂੰ ਚੱਕਦੀ ਨਹੀਂ। ਹਾਂਜੀ, ਜੇ ਬੜੇ ਨੂੰ ਜਾਂ ਉਹਦੇ ਕਿਸੇ ਪਿਆਦੇ ਨੂੰ ਚੱਕ ਲਵੇ ਤਾਂ ਪਿੰਡ ਦਾ ਸਰਪੰਚ, ਲੰਬੜਦਾਰ, ਗਵਾਂਢੀ ਪਿੰਡ ਦਾ ਕੋਈ ਸਰਪੰਚ, ਪੰਚ, ਲੰਬੜਦਾਰ, ਕੋਈ MC, ਕੋਈ MLA ਦਾ PA ਸ਼ੀਏ ਅਸਲੀ ਨਕਲੀ, ਉਹ ਜਦੇ ਥਾਣੇਦਾਰ ਸਾਹਮਣੇ ਕੁਰਸੀ ਲਾ ਕੇ ਬਹਿ ਜਾਂਦਾ ਕਿ ਛੱਡੋ ਜੀ ਤੁਸੀਂ, ਮੈਂ ਹੈਗਾ, ਬਸ ਆਪਾਂ ਬਾਅਦ ਚੋਂ ਬਹਿਲਾਂਗੇ, ਆਪਾਂ ਬਾਅਦ ਚੋਂ ਮਿਲਾਂਗੇ। ਸਹੀ ਹੈ। ਸੋ ਰੇਟ ਉਹਨਾਂ ਦੇ ਬਿਨਾਂ ਬੋਲੇ ਤੈਅ ਹੁੰਦੇ ਨੇ। ਪ੍ਰਵੀਨ ਜੀ, ਥਾਣਿਆਂ 'ਚ ਤਾਂ ਰੇਟ ਇਸ ਗੱਲ ਦੇ ਵੀ ਚੱਲਦੇ ਨੇ ਕਿ ਚਾਹ ਦਾ ਕੱਪ ਇੱਕ ਇਕੱਲੇ ਜਿਹੜਾ ਬੰਦਾ ਆਇਆ ਉਹਦੇ ਲਈ ਮੰਗਾਇਆ ਕਿ ਦੋਵਾਂ ਲਈ ਮੰਗਾਇਆ। ਅੱਛਾ, ਜੇ ਆਏ ਇਕੱਲੇ ਬੰਦੇ ਲਈ ਮੰਗਾਇਆ, ਚਾਹ ਦਾ ਇੱਕ ਕੱਪ ਮੰਗਾਇਆ, ਤਾਂ ਇਹਦਾ ਮਤਲਬ ਉਹਨੂੰ ਰੇਟ ਦੱਸਤਾ ਕਿ ਰੇਟ ਇੰਨਾ ਹੈ। ਠੀਕ ਹੈ। ਤੇ ਜੇ ਦੋਵਾਂ ਲਈ ਮੰਗਾਇਆ ਤਾਂ ਉਹਦਾ ਮਤਲਬ ਹੁੰਦਾ ਕਿ ਅੱਧਾ ਅੱਧਾ, ਜਿੰਨਾ ਲਏਗਾ ਅੱਧਾ ਤੇਰਾ ਅੱਧਾ ਮੇਰਾ। ਕੋਡਵਰਡ ਹੈ। ਸੋ ਇਹ 2/3 ਕਰ ਲੈ, 1/3 ਕਰ ਲੈ ਚਾਹ ਦੇ ਕੱਪ, ਇਹਦੇ ਵੀ ਅੱਗੇ ਕੋਡਵਰਡ ਨੇ, ਸਭ ਕੋਡਵਰਡ ਨੇ। ਠੀਕ ਹੈ। ਸੋ ਇਸ ਲਈ ਜਿਹੜੇ ਇਹੋ ਜਿਹੇ ਨਸ਼ਾ ਤਸਕਰਾਂ ਦੇ ਹਮਾਇਤੀ ਥਾਣਿਆਂ 'ਚ ਜਾ ਕੇ ਬਹਿੰਦੇ ਨੇ, ਹੁਣ ਉਹਨਾਂ ਦੇ ਖਿਲਾਫ ਵੀ ਮੁਹਿੰਮ ਖੜੀ ਹੋ ਗਈ ਜੀ। ਪਟਿਆਲਾ ਖੇਤਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਆਲੇ ਦੁਆਲੇ ਦੇ 10-12 ਪਿੰਡਾਂ ਦੇ 500 ਤੋਂ ਵੱਧ ਨੌਜਵਾਨ ਬਿਨਾਂ ਸਿੱਧੀ ਕਿਸੇ ਧਿਰ ਦੇ ਝੰਡੇ ਥੱਲੇ ਆਪ ਮਹਾਰੇ ਇਕੱਠੇ ਹੋ ਕੇ ਇੱਕ ਕਮੇਟੀ ਦੇ ਰੂਪ 'ਚ ਵਿਚਰੇ। ਠੀਕ ਹੈ। ਇੱਕ ਪਿੰਡ ਦੇ ਵਿੱਚ ਉਹਨਾਂ ਨੇ ਮਾਰਚ ਕੱਢਿਆ। ਨੌਜਵਾਨਾਂ ਦੇ ਮੁਰਲੀ ਕਤਾਰ 'ਚ ਤੁਰ ਰਹੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਟਰਾਫੀਆਂ ਸੀ ਜੀ, ਮੋਮੈਂਟੋ ਸੀ, ਤੇ ਉਹਨਾਂ ਮੋਮੈਂਟੋਆਂ ਦੇ ਵੱਡਿਆਂ ਕਰਕੇ ਲਿਖਿਆ ਸੀ ਦੋਗਲਾ ਅਵਾਰਡ। ਅੱਛਾ, ਦੋਗਲਾ ਟਰਾਫੀ। ਕਹਿੰਦੇ ਜੀ ਇਹ ਨਸ਼ਾ ਤਸਕਰਾਂ ਲਈ ਅਸੀਂ ਤਿਆਰ ਕਰਾਈਆਂ ਨੇ, ਜਿਹੜੇ ਨਸ਼ਾ ਤਸਕਰਾਂ ਦੇ ਹਮਾਇਤੀ ਜਾਂਦੇ ਨੇ ਥਾਣਿਆਂ ਕਚਹਿਰੀਆਂ 'ਚ, ਉਹਨਾਂ ਨੂੰ ਛਡਾਉਣ ਬਚਾਉਣ, ਉਹਨਾਂ ਨੂੰ ਦੇ ਕੇ ਮਾਣ ਤਾਣ ਕਰਾਂਗੇ ਉਹਨਾਂ ਦਾ। ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਤੋਂ ਛਡਾਉਣਾ ਜੀ, ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਅੰਦਰ ਫੜਾਉਣਾ, ਤੇ ਨਸ਼ਾ ਤਸਕਰੀ ਦੇ ਹਮਾਇਤੀਆਂ ਨੂੰ ਅਵਾਰਡ ਦੇ ਕੇ ਮਾਣ ਤਾਣ ਦੇਣਾ। ਕਹਿੰਦੇ ਜੀ ਆਹ ਟੀਚਾ ਬਣਾ ਲਿਆ, ਇਹ ਟਰਾਫੀਆਂ ਉਹਨਾਂ ਲਈ ਤਿਆਰ ਕੀਤੀਆਂ, ਇਹ ਤੋਂ ਵੱਧ ਹੋਰ ਚਪੇੜਾਂ ਕੀ ਹੋ ਸਕਦੀਆਂ। ਤੇ ਜੇ ਹਲੇ ਵੀ ਸਾਡੇ ਅਖੌਤੀ ਸਿਆਸੀ ਲੀਡਰਾਂ ਨੂੰ, ਆਪਣੇ ਆਪ ਨੂੰ ਚਹੇਤਿਆਂ ਨੂੰ, ਇਹਨਾਂ ਨੂੰ ਅਖੌਤੀਆਂ ਨੂੰ ਸ਼ਰਮ ਨਾ ਆਵੇ ਤਾਂ ਲੱਖ ਲਾਹਨਤ। ਦੂਸਰੇ ਪਾਸੇ ਇਸੇ ਤਰ੍ਹਾਂ ਕੱਲ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦੇ ਬੈਨਰ ਹੇਠ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ। ਠੀਕ ਹੈ। ਤੇ ਉਹਨਾਂ ਨੇ ਮਾਰਚ ਕੱਢਿਆ, ਤੇ ਉਹ ਕਹਿੰਦੇ ਜੀ ਇਹ ਮਾਰਚ ਅਸੀਂ ਹੁਣ ਪਿੰਡ-ਪਿੰਡ ਕੱਢਾਂਗੇ, ਗਲੀ-ਗਲੀ ਜਾਵਾਂਗੇ, ਤੇ 6 ਤਰੀਕ ਨੂੰ ਅਸੀਂ DC ਦਫ਼ਤਰਾਂ ਤੇ ਇਸੇ ਮਸਲੇ ਤੇ ਧਰਨਾ ਲਾਵਾਂਗੇ। ਉਧਰ ਇਹ ਤੋਂ ਪਹਿਲਾਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ, ਪੰਜਾਬ ਦੇ ਹੜ੍ਹਾਂ ਦੇ ਮਸਲੇ ਤੇ, ਪੰਜਾਬ ਦੀ ਜਵਾਨੀ ਦੇ ਮਸਲੇ ਤੇ,
ਰਾਜੇਵਾਲ ਵਾਲੀ ਭਾਰਤੀ ਕਿਸਾਨ ਯੂਨੀਅਨ ਕਹਿ ਚੁੱਕਿਆ ਕਿ ਅਸੀਂ 4 ਤਰੀਕ ਨੂੰ DC ਦਫ਼ਤਰਾਂ ਦੇ ਧਰਨੇ ਲਾਵਾਂਗੇ ਤੇ 9 ਤਰੀਕ ਨੂੰ 9 ਸਤੰਬਰ ਨੂੰ ਅਸੀਂ ਚੰਡੀਗੜ੍ਹ 'ਚ ਸਰਬ ਪਾਰਟੀ ਮੀਟਿੰਗ, ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸੱਦੇ ਨੇ। ਰਾਜੇਵਾਲ ਤੇ ਉਹਨਾਂ ਦੇ ਨਾਲ 4-5 ਜਥੇਬੰਦੀਆਂ ਦਾ ਗਰੁੱਪ ਆ। ਉਹ ਕਹਿੰਦੇ ਜੀ ਅਸੀਂ ਸਾਰੀਆਂ ਪਾਰਟੀਆਂ, ਸੋ ਚਾਹੇ ਉਹ 4 ਸਤੰਬਰ ਹੋਵੇ, ਚਾਹੇ ਉਹ 6 ਸਤੰਬਰ ਅਗਰਾਹਾਂ ਵਾਲੀ ਹੋਵੇ, ਤੇ ਚਾਹੇ 9 ਸਤੰਬਰ ਨੂੰ ਸਰਬ ਪਾਰਟੀ ਮੀਟਿੰਗ ਹੋਵੇ। ਸੋ ਇੱਕ ਪਾਸੇ ਉਹ, ਦੂਏ ਪਾਸੇ ਪਿੰਡਾਂ ਗਲੀਆਂ ਮੁਹੱਲਿਆਂ 'ਚ ਜਿਹੜੀਆਂ ਕਮੇਟੀਆਂ ਬਣ ਕੇ ਆਪ ਮੁਹਾਰੇ ਲੋਕ ਨਿਕਲਣ ਲੱਗੇ ਨੇ। ਹੁਣ ਨਸ਼ਾ ਕਰਨ ਵਾਲੇ ਵੀ, ਨਸ਼ਾ ਵੇਚਣ ਵਾਲੇ ਵੀ ਤੇ ਨਸ਼ਾ ਤਸਕਰਾਂ ਦੇ ਹਮਾਇਤੀ ਵੀ ਸੁਚੇਤ ਹੋ ਜਾਣ, ਕਿ ਨਹੀਂ ਤਾਂ ਫਿਰ ਇਨਾਮਾਂ ਦੇ ਹਾਰ ਪੈਣਗੇ। ਪਿੰਡਾਂ ਦੇ ਵਿੱਚ ਨਾ ਸ਼ਰਮਾ ਜੀ ਕਈ ਲੋਕ ਐਸੇ ਵੇਖੇ, ਪਹਿਲਾਂ ਤਾਂ ਨਸ਼ਾ ਛਡਾਊ ਜਿਹੜੇ ਕੈਂਪ ਲੱਗਦੇ ਆ ਤੇ ਉੱਥੇ ਭਾਸ਼ਣ ਦੇ ਕੇ ਆਉਂਦੇ ਆ ਕਿ ਭਾਈ ਨਸ਼ਾ ਮਾੜੀ ਚੀਜ਼ ਆ, ਸਾਡੇ ਸਮਾਜ ਦੇ ਲਈ ਕੋਹੜ ਆ ਨਾ। ਤੁਹਾਨੂੰ ਪਤਾ ਹੀ ਹੈ, ਭਾਸ਼ਣ ਵੀ ਲੰਮੇ ਹੁੰਦੇ ਅੱਜ ਕੱਲ। ਤੇ ਫਿਰ ਚੌਥੇ 5ਵੇਂ ਦਿਨ ਵੇਹਣੇ ਆ ਵੀ ਉਹ ਕਦੇ ਕਿਸੇ ਥਾਣੇ ਬੈਠੇ ਹੁੰਦੇ, ਕਦੇ ਕਿਸੇ ਤਹਿਸੀਲ 'ਚ। ਉੱਥੇ ਜਾ ਕੇ ਪਤਾ ਲੱਗਦਾ ਕਿ ਬਈ ਆ ਮਾੜੀ ਜੀ ਜ਼ਮੀਨ ਦੀ ਫਰਦ ਜੀ ਚਾਹੀਦੀ ਹੈ, ਜਮਾਬੰਦੀ ਲਵਾਉਣ ਆਏ ਸੀ, ਫਲਾਨੇ ਬੰਦੇ ਦੀ ਜ਼ਮਾਨਤ ਜੀ ਕਰਾਉਣੀ ਹੈ ਮਾੜੀ ਜੀ। ਤੇ ਉਹ ਵੇਖ ਲਓ ਵੀ ਹੁਣ ਤੰਦ ਕਿੱਥੇ ਜਾ ਕੇ ਜੁੜਦੀ ਹੈ। ਜੇਕਰ ਬੰਦਾ ਸ਼ਰੀਫ ਹੋਵੇ ਤਾਂ ਉਹਦੀ ਜ਼ਮਾਨਤ ਕਈ ਵਾਰੀ ਆਲਾ ਦੁਆਲਾ ਨੋਰਮਲੀ ਬੰਦੇ ਦੇ ਦਿੰਦੇ ਆ। ਪਹਿਲੀ ਗੱਲ ਤਾਂ ਸ਼ਰੀਫ ਬੰਦਾ ਫਸਦਾ ਹੀ ਕਿਤੇ ਨਹੀਂ, ਜੇ ਫਸਾ ਵੀ ਦਿੱਤਾ ਜਾਵੇ ਤਾਂ ਲੋਕ ਕਢਾ ਲੈਂਦੇ ਮੋਹਤਬਰ ਬੰਦੇ। ਪਰ ਇਹੋ ਜਿਹੇ ਬੰਦਿਆਂ ਲਈ ਜ਼ਮਾਨਤ ਦਾ ਪ੍ਰਬੰਧ ਉਹੀ ਕਰਦਾ ਜਿਹੜੇ ਸਟੇਜਾਂ ਤੇ ਆ ਕੇ ਬੋਲਦੇ ਆ। ਸੋ ਇਹ ਮੇਰੇ ਖਿਆਲ ਨਾਲ ਤਾਂ ਸਹੀ ਮਾਣ ਤਾਣ ਹੈ, ਇਹ ਦੋਗਲਾ ਅਵਾਰਡ ਹੈ। ਬਿਲਕੁਲ। ਕਿਉਂਕਿ ਹੁਣ ਉਹ ਜਿਹੜੀ ਦੂਜੀ ਗੱਲ ਸੀ ਨਾ ਸ਼ਰਮਾ ਜੀ, ਕੁੱਟਣ ਕਟਾਉਣ ਵਾਲੀ, ਪਿੰਡਾਂ 'ਚ ਨਾਕੇ ਲਾਉਣ ਵਾਲੀ, ਉਹ ਤਾਂ ਹੋ ਗਈ ਫਲੋਪ। ਹੁਣ ਤਾਂ ਅਖਲਾਕੀ ਤੌਰ ਤੇ ਕੋਈ ਬੰਦਾ ਇਹਨਾਂ ਚੀਜ਼ਾਂ ਤੋਂ ਕਿਨਾਰਾ ਕਰ ਲੇ ਤਾਂ ਕਰ ਲੇ, ਕਿਸੇ ਦੀ ਜ਼ਮੀਰ ਜਾਗ ਪਵੇ ਤਾਂ। ਤੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਜੰਮੂ ਕਸ਼ਮੀਰ ਦੀ, ਧਾਰਾ 370 ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਗਿਆ ਜੀ। ਬਿਲਕੁਲ, ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਸਖਤ ਨਜ਼ਰ ਆ ਰਹੀ ਹੈ ਜੀ। ਤੇ ਸੁਪਰੀਮ ਕੋਰਟ ਨੇ ਉਹੀ ਗੱਲ, ਜਿਹੜੀ ਗੱਲ ਆਪਾਂ ਲੰਮੇ ਸਮੇਂ ਤੋਂ ਕਰਦੇ ਆਏ ਆ, ਉਸੇ ਗੱਲ ਨੂੰ ਅਗਾਂਹ ਤੋਰਦਿਆਂ ਸਪਸ਼ਟ ਪੁੱਛਿਆ ਕਿ ਤੁਹਾਨੂੰ ਸੂਬੇ ਦਾ ਬੁਨਿਆਦੀ ਅਧਿਕਾਰ ਖੋਹਣ ਦਾ ਹੱਕ ਕਿਹਨੇ ਦਿੱਤਾ? ਤੇ ਇਹ ਦੱਸੋ ਕਿ ਤੁਸੀਂ ਉਹਨਾਂ ਤੋਂ ਵੋਟ ਦਾ ਅਧਿਕਾਰ ਕਿਵੇਂ ਖੋਹ ਲਿਆ ਜੀ, ਚੋਣ ਦਾ ਅਧਿਕਾਰ ਕਿਵੇਂ ਖੋਹ ਲਿਆ? ਕਿਹਨੇ ਅਧਿਕਾਰ ਦਿੱਤਾ ਤੁਹਾਨੂੰ ਕਿ ਟੁਕੜੇ ਕਰ ਦਿਓ ਸੂਬੇ ਦੇ? ਕਿਹੜੇ ਹੁਕਮਾਂ ਨਾਲ ਤੁਸੀਂ ਧਰਮ 70 ਹਟਾ ਕੇ ਉੱਥੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ? ਕਹਿੰਦੇ ਨਹੀਂ ਜੀ, ਆਰਜੀ ਹੈ ਇਹ। ਅੱਛਾ, ਵਾਹ। ਤੇ ਗੋਗਾ ਦਾ ਬੜਾ ਗਾਇਆ ਸੀ ਤੁਸੀਂ ਕਿ ਜੋ ਪਹਿਲਾਂ ਕਿਸੇ ਨੇ ਨਹੀਂ ਕੀਤਾ ਅਸੀਂ ਕਰਕੇ ਦਿਖਾਤਾ। ਫਿਰ ਜੇ ਕੱਚੇ ਕੰਮ ਕਰਦੇ ਹੋ ਫਿਰ ਫਾਇਦਾ ਕੀ ਹੈ? ਜੇ ਤੁਸੀਂ ਨਾ ਮਤਲਬ ਲੋਕਾਂ ਨੂੰ ਮੂਰਖ ਬਣਾਉਂਦੇ ਹੋ, ਸਿਆਸੀ ਚਾਲ ਚੱਲਦੇ ਹੋ। ਧਾਰਾ 370 ਹਟਾਈ ਤਾਂ ਹਟਾਈ, ਤੁਸੀਂ ਜੰਮੂ ਕਸ਼ਮੀਰ ਤੇ ਲੇਹ ਲਦਾਖ ਦੇ ਟੁਕੜੇ ਵੀ ਕੀਤੇ ਤੇ ਉਹਨਾਂ ਨੂੰ ਦੋਵਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਬਣਾਇਆ। ਲੋਕਾਂ ਤੋਂ ਵੋਟ ਦਾ ਹੱਕ ਵੀ ਅਜੇ ਤੱਕ ਖੋਈ ਬੈਠੇ ਹੋ। ਉੱਥੇ ਚੋਣ ਦੀ ਕੋਈ ਪ੍ਰਕਿਰਿਆ ਨਹੀਂ, ਕੋਈ ਕੁਛ ਨਹੀਂ। ਜਦੋਂ ਤੁਹਾਨੂੰ ਲੱਗੂ ਸਾਡੇ ਹਿਸਾਬ ਨਾਲ ਫਿਰ ਅਸੀਂ ਕਰਾਉਣ ਬਾਰੇ ਸੋਚਾਂਗੇ। ਪਰ ਸੁਪਰੀਮ ਕੋਰਟ ਦੇ ਇਸ ਰਵੱਈਏ ਨੇ ਦੱਸਿਆ ਕਿ ਮਤਲਬ ਨੂੰ ਜਵਾਬ ਤਲਬੀ ਤਾਂ ਹੋਊਗੀ ਜਨਾਬ ਤੁਹਾਡੀ। ਜੀ। ਬਕਾਇਦਾ ਤੌਰ ਤੇ ਜੰਮੂ ਕਸ਼ਮੀਰ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਰੁਤਬਾ ਸਥਾਪਿਤ ਕਰਨ ਦਾ ਜਵਾਬ ਦਿੰਦਿਆਂ ਇਹਨਾਂ ਦੇ ਵਕੀਲ ਨੂੰ ਕਹਿਣਾ ਪਿਆ ਕਿ ਨਹੀਂ ਜੀ, ਕੇਂਦਰ ਸ਼ਾਸਿਤ ਪ੍ਰਦੇਸ਼ ਵਾਲਾ ਰੁਤਬਾ ਜੰਮੂ ਕਸ਼ਮੀਰ ਦਾ ਸਥਾਈ ਨਹੀਂ ਆ, ਸਥਾਈ ਹੈ। ਉਹ ਕਹਿੰਦੇ ਫਿਰ ਦੱਸੋ ਕਦੋਂ ਬਹਾਲ ਕਰਨਾ? ਤੇ ਹੁਣ ਇਹ ਸੁਪਰੀਮ ਕੋਰਟ 'ਚ ਦਾਵਾ ਤੇ ਭਲਕੇ ਫਿਰ ਅਦਾਲਤ 'ਚ ਜਵਾਬ ਤਲਬੀ ਤੇ ਵਿਸਤਾਰਤ ਕਿਹਾ ਕਿ ਵਿਸਤਾਰਤ ਜਵਾਬ ਤਿਆਰ ਕਰਕੇ ਲਿਆਇਓ। ਤੇ ਉਹਦੇ ਲਈ ਹੁਣ ਦੇਖਦੇ ਆ ਜੀ ਕਿ ਧਾਰਾ 70 ਵਾਲੇ ਮਾਮਲੇ ਦੇ ਉੱਤੇ ਲਗਾਤਾਰ 12 ਦਿਨ ਸੁਣਵਾਈ ਚੱਲ ਰਹੀ ਸੀ। ਇਸ ਦੇ ਉੱਤੇ ਜੰਮੂ ਕਸ਼ਮੀਰ ਦੇ ਵਿੱਚ ਲੋਕਤੰਤਰ ਦੀ ਬਹਾਲੀ ਜ਼ਰੂਰੀ ਆ। ਇਹ ਕਹਿੰਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਕਿਹਾ ਕਿ ਪੂਰਾ ਜਵਾਬ ਲੈ ਕੇ ਆਇਓ ਕਿ ਸੂਬੇ ਨੂੰ ਕਦੋਂ ਤੁਸੀਂ ਸੂਬੇ ਦਾ ਦਰਜਾ ਦਓਗੇ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।